ਤੁਹਾਡੇ ਲੋਨ ਦੀ ਕਿਸ਼ਤ 4 ਦਿਨ ਲੇਟ ਹੋ ਜਾਏ ਨਾ, ਬੈਂਕ ਵਾਲਿਆਂ ਦੇ ਦਿਨ ਤੋਂ 8 ਤੋਂ 10 ਕਾਲ ਆਉਣੇ ਸ਼ੁਰੂ ਹੋ ਜਾਂਦੇ ਆ। ਰਿਕਵਰੀ ਏਜੰਟਸ ਘਰ ਤੱਕ ਆਉਣੇ ਸ਼ੁਰੂ ਹੋ ਜਾਂਦੇ। ਪਰ ਜਦੋਂ ਬੈਂਕਾਂ ਡਿਫਾਲਟਰ ਨਿਕਲਦੀਆਂ ਕਿ ਉਹਨਾਂ ਨਾਲ ਵੀ ਇਹ ਸਲੂਕ ਹੁੰਦਾ ਹੈ? ਬਿਲਕੁਲ ਵੀ ਨਹੀਂ। ਸਰਕਾਰਾਂ ਉਹਨਾਂ ਲਈ ਰਾਤੋਂ ਰਾਤ ਪੈਸੇ ਪ੍ਰਿੰਟ ਕਰ ਦਿੰਦੀਆਂ ਨੇ। ਤੁਸੀਂ ਪਿਛਲੇ ਕੁਝ ਦਿਨਾਂ ਤੋਂ ਇੱਕ ਖਬਰ ਤਾਂ ਜ਼ਰੂਰ ਸੁਣੀ ਹੋਵੇਗੀ ਕਿ ਅਮਰੀਕਾ ਦਾ ਇੱਕ ਟੌਪ 20 ਚ ਆਉਂਦਾ ਬੈਂਕ ਸਿਲੀਕਨ ਵੈਲੀ ਬੈਂਕ ਕ੍ਰੈਸ਼ ਕਰ ਗਿਆ। ਉਹ ਬੈਂਕ ਜਿਹਦੇ 2022 ਦੇ ਵਿੱਚ ਐਸਟ $209 ਬਿਲੀਅਨ ਤੇ ਸੀ, ਯਾਨੀ ਕਿ 17 ਲੱਖ ਕਰੋੜ। ਫਿਰ ਇਦਾਂ ਦਾ ਕੀ ਹੋ ਗਿਆ ਕਿ ਇਹ ਬੈਂਕ ਕ੍ਰੈਸ਼ ਕਰ ਗਿਆ? ਤੇ ਪ੍ਰੋਬਲਮ ਇਹ ਨਹੀਂ ਹੈ ਕਿ ਲੋਕਾਂ ਦਾ ਪੈਸਾ ਡੁੱਬ ਗਿਆ, ਪ੍ਰੋਬਲਮ ਇਹ ਹੈ ਕਿ ਲੋਕਾਂ ਨੂੰ ਸਾਰੇ ਦਾ ਸਾਰਾ ਪੈਸਾ ਵਾਪਸ ਮਿਲੇਗਾ। ਹੈਰਾਨ ਹੋ ਗਏ ਨਾ? ਤਾਂ ਇਸ ਚੀਜ਼ ਨੂੰ ਸਮਝਣ ਲਈ ਅਸੀਂ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਕਿ ਕਿਵੇਂ ਕੁਝ ਖਰਾਬ ਡਿਸੀਜਨ ਕਿਸੇ ਦੀ ਆਰਥਿਕ ਹਾਲਾਤ ਨੂੰ ਇੰਨੀ ਮੰਦੀ ਤੱਕ ਲਿਜਾ ਸਕਦੇ, ਚਾਹੇ ਉਹ ਕੋਈ ਇਕੱਲਾ ਇਨਸਾਨ ਹੈ ਜਾਂ ਫਿਰ ਕੋਈ ਦੇਸ਼ ਹੈ। ਸਾਲ 1983 ਚ ਕੈਲੀਫੋਰਨੀਆ ਦੇ ਸੈਂਟਾ ਕਾਰਲਾ ਸ਼ਹਿਰ ਚ ਸਿਲੀਕਨ ਵੈਲੀ ਬੈਂਕ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਬੈਂਕ ਸ਼ੁਰੂਆਤੀ ਦੌਰ 'ਚ ਆਪਣਾ ਜ਼ਿਆਦਾਤਰ ਪੈਸਾ ਰੀਅਲ estate ਦੇ ਵਿੱਚ ਇਨਵੈਸਟ ਕਰਦਾ ਹੈ। ਈਵਨ ਕਿ ਬੈਂਕ ਦਾ 50% ਤੋਂ ਜ਼ਿਆਦਾਤਰ ਪੋਰਟਫੋਲੀਓ ਰੀਅਲ estate ਤੋਂ ਹੀ ਆਉਂਦਾ ਹੈ। ਹੁਣ ਪੋਰਟਫੋਲੀਓ ਕੀ ਹੁੰਦਾ ਹੈ? ਤੁਸੀਂ ਜਿੰਨੀਆਂ ਵੀ ਇਨਵੈਸਟਮੈਂਟਸ ਕਰਦੇ ਹੋ ਉਹਨਾਂ ਸਾਰੀਆਂ ਇਨਵੈਸਟਮੈਂਟ ਨੂੰ ਮਿਲਾ ਕੇ ਤੁਹਾਡਾ ਇੱਕ ਪੋਰਟਫੋਲੀਓ ਬਣਦਾ ਹੈ। ਤੇ ਐਕਸਪਰਟ ਦਾ ਕਹਿਣਾ ਹੁੰਦਾ ਹੈ ਕਿ ਤੁਹਾਡਾ ਪੋਰਟਫੋਲੀਓ ਆਲਵੇਜ਼ ਡਾਈਵਰਸਿਫਾਈ ਹੋਣਾ ਚਾਹੀਦਾ। ਇਹਦਾ ਮਤਲਬ ਹੈ ਕਿ ਤੁਹਾਡੀ ਜਿੰਨੀ ਵੀ ਧਨ ਦੌਲਤ ਆ ਉਹਨੂੰ ਇੱਕ ਜਗ੍ਹਾ ਤੇ ਇਨਵੈਸਟ ਨਹੀਂ ਕਰਨਾ, ਤੁਸੀਂ ਉਹਨੂੰ ਗੋਲਡ, ਬੌਂਡਸ, ਸਟਾਕ ਮਾਰਕੀਟ ਅਲੱਗ-ਅਲੱਗ ਜਗ੍ਹਾ ਤੇ ਇਨਵੈਸਟ ਕਰਨਾ ਹੈ। ਫॉर एग्जांपल ਤੁਸੀਂ ਆਪਣੀ ਸਾਰੀ ਧਨ ਦੌਲਤ, ਸਾਰਾ ਪੈਸਾ ਜੇਕਰ ਸਿਰਫ ਗੋਲਡ ਦੇ ਵਿੱਚ ਇਨਵੈਸਟ ਕਰਦੇ ਹੋ ਤੇ ਕੱਲ ਨੂੰ ਜੇਕਰ ਗੋਲਡ ਮਾਰਕੀਟ ਕ੍ਰੈਸ਼ ਕਰਦਾ ਤਾਂ ਤੁਹਾਡਾ ਸਾਰੇ ਦਾ ਸਾਰਾ ਪੈਸਾ ਡੁੱਬ ਜਾਏਗਾ। ਕੁਝ ਐਦਾਂ ਦਾ 1992 ਵਿੱਚ ਸਿਲੀਕਨ ਵੈਲੀ ਬੈਂਕ ਨਾਲ ਵੀ ਹੋਇਆ ਜਦੋਂ USA ਦੀ ਰੀਅਲ estate ਮਾਰਕੀਟ ਕ੍ਰੈਸ਼ ਕਰ ਜਾਂਦੀ ਹੈ। ਉਸ ਟਾਈਮ ਤੇ ਸਿਲੀਕਨ ਵੈਲੀ ਬੈਂਕ ਨੂੰ $2.2 ਮਿਲੀਅਨ ਦਾ ਘਾਟਾ ਪਿਆ। ਬਟ ਇਸ ਚੀਜ਼ ਦਾ ਇੱਕ ਫਾਇਦਾ ਹੋਇਆ ਕਿ ਬੈਂਕ ਨੂੰ ਇੰਨੀ ਕੁ ਅਕਲ ਆ ਗਈ ਸੀ ਕਿ ਪੋਰਟਫੋਲੀਓ ਡਾਈਵਰਸਿਫਾਈ ਕਰਨਾ ਪੈਣਾ। ਉਸ ਤੋਂ ਬਾਅਦ 1995 ਵਿੱਚ ਸਿਲੀਕਨ ਵੈਲੀ ਬੈਂਕ ਨੇ ਆਪਣਾ ਰੀਅਲ estate ਦੇ ਵਿੱਚ ਸਿਰਫ 10% ਇਨਵੈਸਟ ਕਰਨਾ ਸ਼ੁਰੂ ਕੀਤਾ। ਹੁਣ ਤੱਕ ਸਾਰੀਆਂ ਚੀਜ਼ਾਂ ਕਾਫੀ ਵਧੀਆ ਚੱਲ ਰਹੀਆਂ ਸੀ। ਫਿਰ ਆਉਂਦਾ 2008 ਦੇ ਫਾਈਨੈਂਸ਼ੀਅਲ ਕ੍ਰਾਈਸਿਸ। ਅਮਰੀਕਾ ਦੇ ਇੰਨੇ ਕੁ ਮਾੜੇ ਹਾਲਾਤ ਹੋ ਚੁੱਕੇ ਸੀ ਕਿ ਬੈਂਕਾਂ ਕ੍ਰੈਸ਼ ਹੋਣ ਦੀ ਕਗਾਰ ਤੱਕ ਪਹੁੰਚ ਗਈਆਂ ਸੀ। ਤੇ ਫੈਡ, ਜੋ ਕਿ USA ਦਾ ਸੈਂਟਰਲ ਬੈਂਕ ਹੈ, ਜਿਵੇਂ ਇੰਡੀਆ ਦੇ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ, ਉਵੇਂ USA ਦੇ ਵਿੱਚ ਫੈਡਰਲ ਰਿਜ਼ਰਵ ਹੈ। ਆਪਣੇ ਆਰਥਿਕ ਹਾਲਾਤ ਨੂੰ ਸੁਧਾਰਨ ਲਈ ਫੈਡ ਨੇ ਆਪਣੇ ਜੋ ਇੰਟਰਸਟ ਰੇਟ ਆ ਉਹਨਾਂ ਨੂੰ 5% ਤੋਂ ਘਟਾ ਕੇ 1% ਤੱਕ ਕਰਤਾ। ਹੁਣ ਇਹਦੇ ਨਾਲ ਹੋਇਆ ਕਿ ਲੋਕਾਂ ਲਈ ਪੈਸਾ ਸਸਤਾ ਕੀਤਾ ਗਿਆ, ਲੋਕਾਂ 'ਚ ਪੈਸੇ ਦੀ ਡਿਮਾਂਡ ਵਧਾਈ ਗਈ। ਮੰਨ ਕੇ ਚੱਲਦੇ ਹਾਂ ਤੁਸੀਂ ਕੋਈ 50 ਲੱਖ ਦਾ ਘਰ ਲੈਣਾ ਹੈ, ਤੁਸੀਂ ਪਹਿਲਾਂ ਬੈਂਕ ਕੋਲ ਜਾਓਗੇ, ਕਿੰਨਾ ਵਿਆਜ ਲੱਗੇਗਾ ਇਹ ਪੁੱਛੋਗੇ, ਉਸ ਤੋਂ ਬਾਅਦ ਇਹ ਦੇਖੋਗੇ ਕਿ ਕਿੰਨਾ ਵੱਡਾ ਘਰ ਲੈ ਸਕਦੇ ਹੋ। ਤੁਸੀਂ ਕੋਈ 50 ਲੱਖ ਦਾ ਘਰ ਲੈਣਾ, ਉਹ ਤੇ 8% ਵਿਆਜ ਲੱਗਦਾ ਤਾਂ 20 ਸਾਲ ਬਾਅਦ ਤੁਹਾਨੂੰ 1,37,000 ਰੁਪਏ ਪੇ ਕਰਨੇ ਪੈਣਗੇ। ਯਾਨੀ ਕਿ ਜੋ 50 ਲੱਖ 37,000 ਰੁਪਏ ਉੱਪਰ ਵਾਲਾ ਹੈ ਉਹ ਸਿਰਫ ਵਿਆਜ ਹੀ ਹੈ, ਜੋ ਕਿ ਤੁਹਾਡੇ ਐਕਚੁਅਲ ਅਮਾਉਂਟ ਦਾ ਡਬਲ ਹੋ ਚੁੱਕਿਆ। ਹੁਣ ਇੰਨਾ ਜ਼ਿਆਦਾ ਵਿਆਜ ਪੇ ਕਰਨ ਤੋਂ ਹਰ ਕੋਈ ਬੰਦਾ ਡਰਦਾ। ਉਹ ਕਹਿੰਦਾ ਯਾਰ ਘਰ ਛੋਟਾ ਲੈ ਲੈਂਦੇ ਆ ਪਰ ਇੰਨਾ ਜ਼ਿਆਦਾ ਵਿਆਜ ਨਹੀਂ ਪੇ ਕਰ ਸਕਦੇ। ਬਟ ਉੱਥੇ ਹੀ ਜੇਕਰ ਵਿਆਜ ਘਟ ਜਾਵੇ 50 ਲੱਖ ਤੇ ਜੇਕਰ ਤੁਹਾਨੂੰ ਸਿਰਫ 2% ਵਿਆਜ ਹੀ ਲੱਗੇ 20 ਸਾਲਾਂ ਲਈ, ਤਾਂ ਤੁਸੀਂ ਸਿਰਫ 60 ਲੱਖ ਪੇ ਕਰਨਾ ਹੈ, ਯਾਨੀ ਕਿ ਸਿਰਫ 10 ਲੱਖ ਹੀ ਵਿਆਜ ਦਾ ਪੇ ਕਰਨਾ। ਹੁਣ ਬੰਦਾ ਸੋਚਦਾ ਵੀ ਜਿੱਥੇ 2 BHK ਦਾ ਫਲੈਟ ਲੈਣਾ ਉੱਥੇ 3 BHK ਦਾ ਫਲੈਟ ਲੈ ਲੈਂਦੇ। ਇਸ ਤਰੀਕੇ ਨਾਲ ਪੈਸਾ ਸਸਤਾ ਕਰਕੇ ਲੋਕਾਂ 'ਚ ਪੈਸੇ ਦੀ ਡਿਮਾਂਡ ਵਧਾਈ ਜਾਂਦੀ ਹੈ। ਤੇ ਇਹੀ ਸਾਰਾ ਕੁਝ ਉਸ ਟਾਈਮ ਤੇ ਫੈਡ ਨੇ ਵੀ ਕੀਤਾ, ਜਿਹਦੇ ਨਾਲ USA ਦੀ ਇਕਨੋਮੀ ਹੌਲੀ-ਹੌਲੀ ਸਟੇਬਲ ਹੋਣ ਲੱਗੀ। ਤਾਂ ਫੈਡ ਨੇ ਬੜੀ ਚਲਾਕੀ ਨਾਲ ਆਪਣੇ ਹੌਲੀ-ਹੌਲੀ ਇੰਟਰਸਟ ਰੇਟ ਵੀ ਵਧਾਉਣੇ ਸ਼ੁਰੂ ਕਰਤੇ। USA ਦੀ ਇਕਨੋਮੀ ਕਾਫੀ ਤੇਜ਼ੀ ਨਾਲ ਗਰੋ ਕਰ ਰਹੀ ਹੁੰਦੀ ਹੈ ਤੇ ਕਾਫੀ ਵਧੀਆ ਇੰਪਰੂਵ ਕਰ ਰਹੀ ਹੁੰਦੀ ਹੈ ਕਿ ਫਿਰ ਆਉਂਦਾ 2015। ਸਿਲੀਕਨ ਵੈਲੀ ਬੈਂਕ ਆਪਣੀ ਇੱਕ ਗਲਤੀ ਦੁਬਾਰਾ ਤੋਂ ਦੁਹਰਾ ਰਿਹਾ ਹੁੰਦਾ ਹੈ। ਸਿਲੀਕਨ ਵੈਲੀ ਬੈਂਕ USA ਦੇ 65% ਤੋਂ ਜ਼ਿਆਦਾ ਟੈਕ ਬੇਸਡ ਜੋ ਸਟਾਰਟਅਪਸ ਹੈ ਉਹਨਾਂ ਨੂੰ ਸਰਵ ਕਰ ਰਿਹਾ ਹੁੰਦਾ ਹੈ। ਜੇਕਰ ਇਹ ਪੁੱਛਿਆ ਜਾਵੇ ਕਿ ਹਾਂਜੀ ਸਟਾਰਟਅਪ ਫ੍ਰੈਂਡਲੀ ਬੈਂਕ ਕਿਹੜੀ ਹੈ, ਤਾਂ ਸਿਲੀਕਨ ਵੈਲੀ ਬੈਂਕ ਦਾ ਨਾਮ ਪਹਿਲੇ ਨੰਬਰ ਤੇ ਆਉਂਦਾ ਸੀ। ਹੁਣ ਤੁਸੀਂ ਸੋਚੋਗੇ ਕਿ ਇਹਦੇ 'ਚ ਗਲਤ ਕੀ ਹੈ? ਬੈਂਕ ਦਾ ਆਹੀ ਤਾਂ ਬਿਜ਼ਨਸ ਹੁੰਦਾ ਹੈ ਕਿ ਜੋ ਨਵੇਂ ਬਿਜ਼ਨਸ ਆ ਉਹਨਾਂ ਨੂੰ ਲੋਨ ਦੇਣਾ, ਆਪਣੀ ਸਰਵਿਸਿਜ਼ ਦੇਣੀਆਂ। ਇਹਦੇ 'ਚ ਕੁਝ ਗਲਤ ਨਹੀਂ ਹੈ। ਬਟ ਜ਼ਿਆਦਾਤਰ ਬੈਂਕਾਂ ਉਹ ਆਪਣਾ ਜੋ ਲੋਨ ਜਾਂ ਸਰਵਿਸਿਜ਼ ਦਿੰਦੀਆਂ ਨੇ ਉਹ ਡਾਈਵਰਸਿਫਾਈ ਕਰਦੀਆਂ ਨੇ ਕਿ ਅਲੱਗ-ਅਲੱਗ ਇੰਡਸਟਰੀ ਦੀਆਂ ਜੋ ਕੰਪਨੀਆਂ ਨੇ ਉਹਨਾਂ ਨੂੰ ਆਪਣੀਆਂ ਸਰਵਿਸਿਜ਼ ਦਿੱਤੀਆਂ ਜਾਣ ਜਾਂ ਫਿਰ ਲੋਨ ਦਿੱਤੇ ਜਾਣ। ਬਟ ਸਿਲੀਕਨ ਵੈਲੀ ਬੈਂਕ ਜੋ ਨਿਊ ਟੈਕ ਬੇਸਡ ਸਟਾਰਟਅਪ ਸੀ ਸਿਰਫ ਉਹਨਾਂ ਨੂੰ ਹੀ ਫੰਡ ਕਰ ਰਿਹਾ ਸੀ। ਪਰ ਇਹਦੇ ਨਾਲ ਹਜੇ ਤੱਕ ਕੋਈ ਪ੍ਰੋਬਲਮ ਨਹੀਂ ਸੀ। ਬਟ ਉਸ ਤੋਂ ਬਾਅਦ ਆਉਂਦਾ 2019 ਦਾ ਕੋਵਿਡ ਪੈਂਡੇਮਿਕ। ਦੇਸ਼ ਦੇ ਆਰਥਿਕ ਹਾਲਾਤ ਮੰਦੀ ਵੱਲ ਜਾਣੇ ਸ਼ੁਰੂ ਹੋ ਜਾਂਦੇ ਆ ਤੇ ਫੈਡ ਇੱਕ ਵਾਰ ਫੇਰ ਉਹੀ ਕੰਮ ਕਰਦਾ ਜੋ ਬਹੁਤ ਚੰਗੇ ਤਰੀਕੇ ਨਾਲ ਕਰਨਾ ਜਾਣਦਾ ਹੈ। ਇੱਕ ਵਾਰ ਫੇਰ ਉਹ ਆਪਣੇ ਵਿਆਜ ਦਰਾਂ ਘਟਾਉਣੀਆਂ ਸ਼ੁਰੂ ਕਰ ਦਿੰਦਾ ਹੈ। ਇਸ ਵਾਰ ਉਹ ਆਪਣੇ ਵਿਆਜ ਦਰ 2.38% ਤੋਂ ਘਟਾ ਕੇ 0.05% ਤੱਕ ਘਟਾ ਦਿੰਦਾ ਹੈ। ਲੋਕਾਂ ਲਈ ਪੈਸਾ ਸਸਤਾ ਕੀਤਾ ਜਾਂਦਾ ਹੈ, ਸਸਤੇ ਲੋਨ ਕੀਤੇ ਜਾਂਦੇ ਆ, ਕੈਸ਼ ਵਿਡਰੋਲਸ ਕੀਤੇ ਜਾਂਦੇ ਆ। ਈਵਨ ਕਿ ਫੈਡ US ਦੀ ਇਕਨੋਮੀ ਦੇ ਵਿੱਚ $4 ਟ੍ਰਿਲੀਅਨ ਤੱਕ ਪੈਸਾ ਲਗਾ ਦਿੰਦਾ ਹੈ। ਪਰ ਇਹ ਪੈਸਾ ਆਇਆ ਕਿੱਥੋਂ? ਇਹ ਪੈਸਾ ਫੈਡ ਨੇ ਰਾਤੋਂ ਰਾਤ ਪ੍ਰਿੰਟ ਕੀਤਾ ਸੀ। ਬਹੁਤ ਸਾਰੇ ਇਕਨੋਮਿਕ ਐਕਸਪਰਟਸ ਦਾ ਕਹਿਣਾ ਸੀ ਕਿ ਇਦਾਂ ਦੇ ਖਰਾਬ ਡਿਸੀਜਨ ਦੇਸ਼ ਨੂੰ ਮੰਦੀ ਵੱਲ ਲੈ ਕੇ ਜਾ ਸਕਦੇ ਆ, ਮਹਿੰਗਾਈ ਵੱਧ ਸਕਦੀ ਹੈ, ਇਨਫਲੇਸ਼ਨ ਰੇਟ ਵਧੇਗਾ। ਬਟ ਫੈਡ ਦਾ ਕਹਿਣਾ ਸੀ ਕਿ ਇਹ ਸਾਰਾ ਕੁਝ ਟੈਂਪਰੇਰੀ ਹੈ, ਬਹੁਤ ਜਲਦੀ ਆਪਣੀ ਇਕਨੋਮੀ ਨਾਰਮਲ ਹੋ ਜਾਏਗੀ ਤੇ ਉਸ ਤੋਂ ਬਾਅਦ ਸਾਰਾ ਕੁਝ ਨਾਰਮਲ ਹੋ ਜਾਏਗਾ। ਬਟ ਇਦਾਂ ਹੋਇਆ ਨਹੀਂ। ਹਰ 3 ਮਹੀਨੇ ਬਾਅਦ ਜਦੋਂ ਮਹਿੰਗਾਈ ਵੱਧਦੀ ਦਿਸੀ ਤਾਂ ਫੈਡ ਘਬਰਾਉਣ ਲੱਗਿਆ ਤੇ ਇਸ ਘਬਰਾਹਟ ਦੇ ਚੱਲਦੇ ਹੋਏ ਫੈਡ ਨੇ ਆਪਣੇ ਜੋ ਵਿਆਜ ਹੈ, ਜੋ ਆਪਣੇ ਇੰਟਰਸਟ ਰੇਟ ਆ ਉਹ ਵਧਾਉਣੇ ਸ਼ੁਰੂ ਕਰ ਦਿੱਤੇ ਤੇ ਇਸ ਤੇਜ਼ੀ ਨਾਲ ਵਧਾਉਣੇ ਸ਼ੁਰੂ ਕਰ ਦਿੱਤੇ ਕਿ 21 ਸਾਲ 'ਚ 88 ਗੁਣਾ ਤੱਕ ਉਹਨਾਂ ਨੇ ਆਪਣੇ ਵਿਆਜ ਦਰਾਂ ਵਧਾ ਦਿੱਤੀਆਂ। ਹੁਣ ਥੋੜਾ ਜਿਹਾ ਰਿਵਰਸ ਲੈ ਕੇ ਚੱਲਦੇ। ਫੈਡ ਨੇ 2019 ਕੋਵਿਡ ਪੈਂਡੇਮਿਕ ਨੂੰ ਦੇਖਦੇ ਹੋਏ ਆਪਣੀਆਂ ਵਿਆਜ ਦਰਾਂ 0.05% ਤੱਕ ਘਟਾ ਦਿੱਤੀਆਂ। ਹੁਣ ਇਸ ਚੀਜ਼ ਦੇ ਚੱਲਦੇ ਹੋਏ ਇਨਵੈਸਟਰਸ ਨੂੰ ਇੰਨੇ ਸਸਤੇ ਲੋਨ ਲੈ ਕੇ ਕੰਪਨੀਆਂ ਦੇ ਵਿੱਚ ਇਨਵੈਸਟ ਕਰਨਾ ਹੋਰ ਵੀ ਸੌਖਾ ਤੇ ਸਸਤਾ ਹੋ ਗਿਆ। ਕੋਵਿਡ ਦੇ ਚੱਲਦੇ ਹੋਏ ਬਹੁਤ ਸਾਰੇ ਬਿਜ਼ਨਸ ਠੱਪ ਹੋ ਚੁੱਕੇ ਸੀ। ਬਹੁਤ ਸਾਰੇ ਟੈਕ ਬੇਸਡ ਸਟਾਰਟਅਪ ਸੀ ਜਿਹੜੇ ਬਹੁਤ ਤੇਜ਼ੀ ਨਾਲ ਗਰੋ ਕਰ ਰਹੇ ਸੀ। ਇਸ ਲਈ ਇਨਵੈਸਟਰਸ ਨੇ ਆਪਣਾ ਜ਼ਿਆਦਾਤਰ ਪੈਸਾ ਇਹਨਾਂ ਸੌਫਟਵੇਅਰ ਬੇਸਡ ਕੰਪਨੀਆਂ ਦੇ ਵਿੱਚ ਇਨਵੈਸਟ ਕਰਨਾ ਸ਼ੁਰੂ ਕਰ ਦਿੱਤਾ ਤੇ ਇਹਨਾਂ ਸਟਾਰਟਅਪਸ ਕੋਲ ਇੰਨਾ ਕਿ ਜ਼ਿਆਦਾ ਫੰਡ ਰੇਜ਼ ਹੋ ਗਿਆ ਸੀ ਕਿ ਇਹਨਾਂ ਨੇ ਆਪਣਾ ਪੈਸਾ ਸੇਫਟੀ ਦੇ ਤੌਰ ਤੇ ਬੈਂਕ 'ਚ ਰੱਖਣਾ ਠੀਕ ਸਮਝਿਆ। ਤੇ ਜਦੋਂ ਸਟਾਰਟਅਪਸ ਫ੍ਰੈਂਡਲੀ ਬੈਂਕ ਦਾ ਨਾਮ ਆਉਂਦਾ ਹੈ, ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਸਿਲੀਕਨ ਵੈਲੀ ਬੈਂਕ ਟੌਪ ਤੇ ਹੁੰਦਾ ਹੈ।
ਤਾਂ ਇਹਨਾਂ ਨੇ ਆਪਣਾ ਪੈਸਾ ਸਿਲੀਕਨ ਵੈਲੀ ਬੈਂਕ ਦੇ ਵਿੱਚ ਇਨਵੈਸਟ ਕਰਨਾ ਸ਼ੁਰੂ ਕਰਤਾ। ਹੁਣ ਕੋਈ ਵੀ ਸਟਾਰਟਅਪ ਜਾਂ ਕੋਈ ਵੀ ਇਨਵੈਸਟਰ ਕਿਹੜੀਆਂ ਚੀਜ਼ਾਂ ਦੇਖ ਕੇ ਇਨਵੈਸਟ ਕਰਦਾ ਹੈ? ਕੋਈ ਚੀਜ਼ਾਂ ਦੀ ਰਿਸਰਚ ਕਰਕੇ ਜਾਂ ਫਿਰ ਕੋਈ ਰਿਪੋਰਟਸ ਪੜ੍ਹ ਕੇ। ਤਾਂ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਫੋਰਬਸ ਦੀ ਰਿਪੋਰਟ ਦੇ ਅਕੋਰਡਿੰਗ ਸਿਲੀਕਨ ਵੈਲੀ ਬੈਂਕ ਪਿਛਲੇ 5 ਸਾਲ ਤੋਂ ਉਹਨਾਂ ਦੀ ਲਿਸਟ ਦੇ ਵਿੱਚ ਟੌਪ ਤੇ ਸੀ। ਤੇ KMPG ਜੋ ਕਿ ਵਰਲਡ ਦੀ ਵਨ ਆਫ ਦਾ ਬੈਸਟ ਫਾਈਨੈਂਸ਼ੀਅਲ ਫਰਮ ਹੈ, ਉਹਨੇ ਕ੍ਰੈਸ਼ ਹੋਣ ਦੇ 15 ਦਿਨ ਪਹਿਲਾਂ ਹੀ ਸਿਲੀਕਨ ਵੈਲੀ ਬੈਂਕ ਨੂੰ ਇੱਕ ਕਲੀਨ ਆਡਿਟ ਰਿਪੋਰਟ ਦਿੱਤੀ ਸੀ, ਜਿਹਦੇ ਵਿੱਚ ਦੱਸਿਆ ਗਿਆ ਸੀ ਕਿ ਬੈਂਕ ਦੀ ਹਾਲਤ ਬਿਲਕੁਲ ਪਰਫੈਕਟ ਹੈ, ਬੈਂਕ 'ਚ ਕੋਈ ਪ੍ਰੋਬਲਮ ਨਹੀਂ ਤੇ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੈ। ਹੁਣ ਇੱਕ ਆਮ ਇਨਵੈਸਟਰ ਵੀ ਤਾਂ ਇਹੀ ਚੀਜ਼ਾਂ ਦੇਖ ਕੇ ਇਨਵੈਸਟ ਕਰਦਾ ਹੈ, ਆਹੀ ਰਿਪੋਰਟਾਂ ਦੇਖ ਕੇ ਇਨਵੈਸਟ ਕਰਦਾ ਹੈ। ਤੇ ਇਸ ਚੀਜ਼ ਦੇ ਚੱਲਦੇ ਹੋਏ ਸਿਲੀਕਨ ਵੈਲੀ ਬੈਂਕ ਕੋਲ 2021 ਦੇ ਵਿੱਚ $124 ਬਿਲੀਅਨ ਦੇ ਡਿਪੋਜ਼ਿਟ ਹੋਏ, ਜੋ ਕਿ ਪਿਛਲੇ ਸਾਲ ਸਿਰਫ $62 ਬਿਲੀਅਨ ਹੀ ਸੀ, ਯਾਨੀ ਕਿ ਆਲਮੋਸਟ 100% ਤੱਕ ਦਾ ਇਨਕਰੀਜ਼ ਹੋਇਆ। ਤੇ ਇਸ ਚੀਜ਼ ਦੇ ਚੱਲਦੇ ਹੋਏ ਸਿਲੀਕਨ ਵੈਲੀ ਬੈਂਕ ਨੇ ਸੋਚਿਆ ਕਿ ਕੋਵਿਡ ਹਜੇ ਲੰਬਾ ਚੱਲੇਗਾ, ਫੈਡ ਇੰਨੀ ਜਲਦੀ ਆਪਣੇ ਵਿਆਜ ਦਰਾਂ ਨਹੀਂ ਵਧਾਏਗਾ, ਇਸ ਲਈ ਉਹਨਾਂ ਨੇ ਲੌਂਗ ਟਰਮ ਟ੍ਰੈਜਰੀ ਬੌਂਡ ਦੇ ਵਿੱਚ ਇਨਵੈਸਟ ਕਰਨਾ ਸ਼ੁਰੂ ਕਰਤਾ ਤਾਂ ਕਿ ਥੋੜੇ ਹੋਰ ਵਧੀਆ ਰਿਟਰਨ ਕਮਾਏ ਜਾ ਸਕਣ। ਬਟ ਹੋਇਆ ਇਹਦੇ ਬਿਲਕੁਲ ਉਲਟਾ। 2022 ਦੇ ਵਿੱਚ ਹੀ ਫੈਡ ਨੇ ਘਬਰਾਹਟ ਚ ਆ ਕੇ ਆਪਣੇ ਇੰਟਰਸਟ ਰੇਟ ਇੱਕ ਹੀ ਸਾਲ ਦੇ ਵਿੱਚ 88 ਗੁਣਾ ਤੱਕ ਵਧਾ ਦਿੱਤੇ, ਜਿਸ ਚੀਜ਼ ਦੇ ਚੱਲਦੇ ਹੋਏ ਸਿਲੀਕਨ ਵੈਲੀ ਬੈਂਕ ਦੇ $91 ਬਿਲੀਅਨ ਦੇ ਐਸੈਟ ਅਟਕ ਕੇ ਰਹਿ ਗਏ। ਹੁਣ ਇਹ ਸਾਰੀਆਂ ਚੀਜ਼ਾਂ ਦੇ ਡਿਸੀਜਨ ਲੈਣ ਲਈ ਨਾ ਹਰ ਇੱਕ ਬੈਂਕ ਦਾ ਇੱਕ ਰਿਸਕ ਮੈਨੇਜਮੈਂਟ ਹੁੰਦਾ ਹੈ, ਜੋ ਐਨਾਲਾਈਜ਼ ਕਰਕੇ ਬੈਂਕ ਨੂੰ ਦੱਸਦਾ ਕਿ ਇਹਦੇ ਵਿੱਚ ਕਿੰਨਾ ਕੁ ਰਿਸਕ ਹੋ ਸਕਦਾ ਹੈ। ਤੇ ਜੇਕਰ ਗੱਲ ਕਰਾਂ ਸਿਲੀਕਨ ਵੈਲੀ ਬੈਂਕ ਦੀ, ਤਾਂ ਅਪ੍ਰੈਲ 2022 ਦੇ ਵਿੱਚ ਹੀ ਇਹਨਾਂ ਦੇ ਰਿਸਕ ਆਫੀਸਰ ਨੇ ਰਿਜ਼ਾਈਨ ਕੀਤਾ ਸੀ ਤੇ ਉਸ ਤੋਂ 8 ਮਹੀਨੇ ਬਾਅਦ ਤੱਕ ਉਹਦੀ ਕੋਈ ਰਿਪਲੇਸਮੈਂਟ ਨਹੀਂ ਲੱਭੀ ਗਈ, ਕੋਈ ਰਿਸਕ ਆਫੀਸਰ ਨਹੀਂ ਰੱਖਿਆ ਗਿਆ। ਹੁਣ ਜਿਵੇਂ ਫੈਡ ਨੇ ਆਪਣੇ ਇੰਟਰਸਟ ਰੇਟ ਵਧਾਏ ਤਾਂ ਜੋ ਨਿਊ ਸਟਾਰਟਅਪ ਸੀ ਉਹਨਾਂ ਲਈ ਲੋਨ ਲੈਣਾ ਮਹਿੰਗਾ ਹੋ ਗਿਆ, ਇਸ ਲਈ ਉਹਨਾਂ ਨੇ ਜੋ ਆਪਣਾ ਪੈਸਾ ਸੇਫਟੀ ਤੇ ਬੈਕਅਪ ਲਈ ਬੈਂਕ ਦੇ ਵਿੱਚ ਰੱਖਿਆ ਹੋਇਆ ਸੀ ਉਹ ਵਰਤਣਾ ਸ਼ੁਰੂ ਕਰਤਾ। ਵੈਸੇ ਤਾਂ ਸਿਲੀਕਨ ਵੈਲੀ ਬੈਂਕ ਕੋਲ ਕਸਟਮਰਸ ਦਾ $173 ਬਿਲੀਅਨ ਦਾ ਪੈਸਾ ਸੀ, ਬਟ ਫਿਲਹਾਲ ਉਹਨਾਂ ਕੋਲ ਸਿਰਫ $13 ਬਿਲੀਅਨ ਦੇ ਹੀ ਕੈਸ਼ ਰਿਜ਼ਰਵ ਸੀ। ਤੇ ਸਿਲੀਕਨ ਵੈਲੀ ਬੈਂਕ ਸਿਰਫ ਇੱਕ ਆਸ ਤੇ ਜੀ ਰਿਹਾ ਸੀ ਕਿ ਸਾਰੇ ਸਟਾਰਟਅਪਸ ਆਪਣਾ ਪੈਸਾ ਇੱਕ ਟਾਈਮ ਤੇ ਨਾ ਕਢਵਾਉਣ। ਬਟ ਜਿਵੇਂ ਜਿਵੇਂ ਵਿਡਰੋਲਸ ਵੱਧਦੇ ਗਏ ਤੇ ਸਿਲੀਕਨ ਵੈਲੀ ਬੈਂਕ ਦੇ ਕੈਸ਼ ਰਿਜ਼ਰਵਸ ਘਟਦੇ ਗਏ ਤਾਂ ਬੈਂਕ ਨੇ ਆਪਣੇ ਟ੍ਰੈਜਰੀ ਬੌਂਡਸ ਨੂੰ $1.8 ਬਿਲੀਅਨ ਦੇ ਘਾਟੇ ਤੇ ਵੇਚਤਾ। ਤੇ 8 ਮਾਰਚ ਨੂੰ ਉਹਨਾਂ ਨੇ ਰਿਪੋਰਟ ਪਬਲਿਕ ਦੇ ਵਿੱਚ ਜਾਰੀ ਕੀਤੀ, ਨਾਲ ਇਹ ਵੀ ਕਿਹਾ ਕਿ ਬੈਂਕ $2.5 ਬਿਲੀਅਨ ਰੇਜ਼ ਕਰਨਾ ਚਾਹੁੰਦਾ ਹੈ। ਇਸ ਰਿਪੋਰਟ ਨੂੰ ਦੇਖ ਕੇ ਜੋ ਬੈਂਕ ਦੇ ਡਿਪੋਜ਼ਿਟਰ ਸੀ ਉਹਨਾਂ 'ਚ ਹਫੜਾ ਦਫੜੀ ਮਚ ਗਈ। ਬਹੁਤ ਸਾਰੇ ਵੈਂਚਰ ਕੈਪੀਟਲਿਸਟ ਨੇ ਆਪਣੇ ਸਟਾਰਟਅਪਸ ਨੂੰ ਕਿਹਾ ਕਿ ਉਹ ਸਿਲੀਕਨ ਵੈਲੀ ਬੈਂਕ ਦੇ ਵਿੱਚੋਂ ਆਪਣਾ ਪੈਸਾ ਜਲਦੀ ਤੋਂ ਜਲਦੀ ਕਢਵਾਉਣ। ਤੇ ਜਿੱਦਾਂ ਹੀ ਡਿਪੋਜ਼ਿਟਰਸ ਆਪਣਾ $42 ਬਿਲੀਅਨ ਬੈਂਕ ਚੋਂ ਕਢਵਾਉਣ ਲਈ ਗਏ ਤਾਂ ਬੈਂਕ ਇਹਨਾਂ ਵਿਡਰੋਲਸ ਤੇ ਰੋਕ ਲਗਾ ਦਿੰਦਾ ਹੈ ਤੇ ਉਹਨਾਂ ਕੰਪਨੀਆਂ ਦਾ ਪੈਸਾ ਉੱਥੇ ਹੀ ਅਟਕ ਕੇ ਰਹਿ ਜਾਂਦਾ ਹੈ। ਬਹੁਤ ਸਾਰੇ ਇੰਡੀਅਨ ਟੈਕ ਬੇਸਡ ਸਟਾਰਟਅਪਸ ਵੀ ਸੀ ਜਿਨ੍ਹਾਂ ਨੇ ਆਪਣਾ ਪੈਸਾ ਇਸ ਬੈਂਕ ਦੇ ਵਿੱਚ ਰੱਖਿਆ ਹੋਇਆ ਸੀ। ਹੁਣ ਬਹੁਤ ਸਾਰੀਆਂ ਕੰਪਨੀਆਂ ਸੀ ਜਿਨ੍ਹਾਂ ਕੋਲ ਆਫਿਸ ਦਾ ਰੈਂਟ ਦੇਣ ਲਈ ਪੈਸੇ ਨਹੀਂ ਸੀ, EMPLOYE ਦੀ ਸੈਲਰੀ ਦੇਣ ਲਈ ਪੈਸੇ ਨਹੀਂ ਸੀ। ਇਹ ਸਾਰੀਆਂ ਚੀਜ਼ਾਂ ਤੇ ਚੱਲਦੇ ਹੋਏ 10 ਮਾਰਚ 2023 ਨੂੰ ਸਿਲੀਕਨ ਵੈਲੀ ਬੈਂਕ ਆਪਣਾ ਕ੍ਰੈਸ਼ ਰਿਪੋਰਟ ਕਰ ਦਿੰਦਾ ਹੈ। ਬੈਂਕ ਦੇ ਕ੍ਰੈਸ਼ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਬੈਂਕ ਦੀ ਹਾਈ ਲੈਵਲ ਮੈਨੇਜਮੈਂਟ ਨੇ $4 ਮਿਲੀਅਨ ਦੇ ਸਟਾਕਸ ਵੇਚੇ ਸੀ। ਮਤਲਬ ਉਹਨਾਂ ਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਬੈਂਕ ਕ੍ਰੈਸ਼ ਹੋਣ ਵਾਲਾ ਹੈ ਤੇ ਆਪਾਂ ਵਧੀਆ ਤੋਂ ਵਧੀਆ ਪ੍ਰੋਫਿਟ ਕਮਾ ਸਕਦੇ ਹਾਂ। ਜਿਹੜਾ ਰਿਜ਼ਰਵ ਬੈਂਕ ਤੇ ਸੈਂਟਰਲ ਬੈਂਕ ਹੁੰਦਾ ਨਾ, ਉਹ ਐਜ਼ ਅ ਬੈਕਅਪ ਬੈਂਕ ਦੀ ਤਰ੍ਹਾਂ ਕੰਮ ਵੀ ਕਰਦਾ ਹੈ। 2008 ਦੇ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਬਾਅਦ USA ਦੇ ਵਿੱਚ ਰਿਜ਼ਰਵ ਬੈਂਕ ਦੁਆਰਾ ਇੱਕ ਲਾਅ ਪਾਸ ਕੀਤਾ ਗਿਆ ਜਿਹਦਾ ਨਾਮ ਸੀ ਡੌਡ ਫ੍ਰੈਂਕ ਐਕਟ। ਇਸ ਐਕਟ ਦੇ ਤਹਿਤ ਹਰ ਇੱਕ ਬੈਂਕ ਨੂੰ ਇੱਕ ਸਟ੍ਰੈਸ ਟੈਸਟ ਦੇ ਥਰੂ ਨਿਕਲਣਾ ਪਏਗਾ ਤੇ ਇਸ ਐਕਟ ਦੇ ਵਿੱਚ ਬੈਂਕਾਂ ਲਈ ਸਟ੍ਰਿਕਟ ਇਨਸਟਰਕਸ਼ਨਸ ਹੁੰਦੀਆਂ ਸੀ ਕਿ ਬੈਂਕ ਕਿੱਥੇ-ਕਿੱਥੇ ਇਨਵੈਸਟ ਕਰ ਸਕਦਾ ਹੈ। ਇਸ ਚੀਜ਼ ਦੇ ਚੱਲਦੇ ਹੋਏ ਸਿਲੀਕਨ ਵੈਲੀ ਬੈਂਕ ਦੇ CEO ਨੇ ਇੱਕ ਲੌਬੀ ਹਾਇਰ ਕੀਤੀ ਤਾਂ ਕਿ ਉਹਨਾਂ ਤੋਂ ਇਹ ਰੈਸਟ੍ਰਿਕਸ਼ਨਸ ਹਟਾਈਆਂ ਜਾ ਸਕਣ ਤੇ ਇਸ ਚੀਜ਼ ਲਈ ਉਹਨਾਂ ਨੇ $1 ਮਿਲੀਅਨ ਤੱਕ ਵੀ ਖਰਚ ਕੀਤੇ। ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਸਕਸੈਸਫੁਲ ਵੀ ਹੋ ਗਏ। ਹੁਣ ਜਿੰਨੀਆਂ ਵੀ ਛੋਟੀਆਂ ਬੈਂਕਾਂ ਜਾਂ ਫਿਰ ਉਹ ਬੈਂਕਾਂ ਜਿਨ੍ਹਾਂ ਦੇ ਟੋਟਲ ਐਸੈਟ $250 ਬਿਲੀਅਨ ਤੋਂ ਘੱਟ ਸੀ, ਉਹਨਾਂ ਨੂੰ ਇਹ ਸਟ੍ਰੈਸ ਟੈਸਟ ਨਹੀਂ ਦੇਣਾ ਪਏਗਾ। ਹਾਲਾਂਕਿ ਐਕਟ ਬਣਾਈ ਇਸ ਲਈ ਸੀ ਕਿ ਬੈਂਕਾਂ ਸਹੀ ਫੈਸਲੇ ਲੈ ਸਕਣ, ਲੋਕਾਂ ਦੇ ਪੈਸੇ ਨਾਲ ਕੋਈ ਖਿਲਵਾੜ ਨਾ ਕੀਤਾ ਜਾ ਸਕੇ। ਬਟ ਉਹ ਬੈਂਕਾਂ ਪਹਿਲਾਂ ਤੋਂ ਹੀ ਇਸ ਚੀਜ਼ ਤੋਂ ਨਿਕਲ ਚੁੱਕੀਆਂ ਸੀ। ਇਸ ਗੱਲ ਤੋਂ ਸਾਫ਼ ਪਤਾ ਲੱਗਦਾ ਕਿ ਪਹਿਲੇ ਦਿਨ ਤੋਂ ਹੀ ਉਹ ਬੈਂਕਾਂ ਕਿੰਨੀਆਂ ਕੁ ਜ਼ਿਆਦਾ ਰਿਸਕੀ ਹੋ ਚੁੱਕੀਆਂ ਸੀ ਕਾਮ ਡਿਪੋਜ਼ਿਟਰ ਦੇ ਲਈ। ਹੁਣ ਤੁਸੀਂ ਜਿੰਨਾ ਹੀ ਪੈਸਾ ਬੈਂਕ ਦੇ ਵਿੱਚ ਰੱਖਦੇ ਹੋ, ਇੰਡੀਆ ਦੇ ਵਿੱਚ ਇੱਕ ਰੂਲ ਹੈ ਕਿ ਤੁਹਾਡਾ 5 ਲੱਖ ਤੱਕ ਦਾ ਅਮਾਉਂਟ ਹੈ ਜੋ ਇੰਸ਼ੋਰਡ ਹੈ, ਉਸ ਤੋਂ ਉੱਪਰ ਦਾ ਅਮਾਉਂਟ ਇੰਸ਼ੋਰਡ ਨਹੀਂ ਹੁੰਦਾ। ਇਸੇ ਤਰੀਕੇ ਨਾਲ USA ਦੇ ਵਿੱਚ $2.5 ਲੱਖ ਤੱਕ ਦਾ ਜੋ ਅਮਾਉਂਟ ਹੈ ਉਹ ਇੰਸ਼ੋਰਡ ਹੁੰਦਾ ਹੈ, ਉਸ ਤੋਂ ਉੱਪਰ ਦਾ ਅਮਾਉਂਟ ਇੰਸ਼ੋਰਡ ਨਹੀਂ ਹੁੰਦਾ। ਬਟ USA ਦੇ ਪ੍ਰੈਜ਼ੀਡੈਂਟ ਜੋ ਬਾਈਡਨ ਦਾ ਕਹਿਣਾ ਹੈ ਕਿ ਲੋਕਾਂ ਦਾ 100% ਤੱਕ ਦਾ ਜੋ ਡਿਪੋਜ਼ਿਟ ਕੀਤਾ ਹੋਇਆ ਪੈਸਾ ਉਹ ਵਾਪਸ ਮਿਲੇਗਾ। ਹਾਲਾਂਕਿ ਸ਼ੇਅਰ ਹੋਲਡਰ ਆਪਣਾ ਪੈਸਾ ਗਵਾ ਸਕਦੇ ਆ, ਬਟ ਲੋਕਾਂ ਦਾ ਪੈਸਾ ਉਹਨਾਂ ਨੂੰ ਜ਼ਰੂਰ ਵਾਪਸ ਮਿਲੇਗਾ। ਤੇ ਜੇਕਰ ਦੇਖਿਆ ਜਾਵੇ ਤਾਂ ਸਿਲੀਕਨ ਵੈਲੀ ਬੈਂਕ ਦੇ ਵਿੱਚ 97% ਅਮਾਉਂਟ ਐਦਾਂ ਦਾ ਸੀ ਜੋ $2.5 ਲੱਖ ਤੋਂ ਉੱਪਰ ਦਾ ਸੀ, ਜੋ ਕਿ ਅਨਇਨਸ਼ੋਰਡ ਸੀ। ਪਰ US ਗਵਰਨਮੈਂਟ ਨੇ ਐਡੀ ਵੱਡੀ ਕਮਿਟਮੈਂਟ ਕਿਵੇਂ ਕਰਤੀ ਕਿ ਉਹ ਲੋਕਾਂ ਦਾ $167 ਬਿਲੀਅਨ ਵਾਪਸ ਕਰਨਗੇ। ਇਸ ਚੀਜ਼ ਲਈ ਵੀ US ਗਵਰਨਮੈਂਟ ਨੇ ਰਾਤੋਂ ਰਾਤ $300 ਬਿਲੀਅਨ ਪ੍ਰਿੰਟ ਕਰਨੇ ਸ਼ੁਰੂ ਕਰ ਦਿੱਤੇ। ਹੁਣ ਜਦੋਂ ਵੀ ਕੋਈ ਕੰਟਰੀ ਆਪਣੀ ਐਕਸਟਰਾ ਕਰੰਸੀ ਪ੍ਰਿੰਟ ਕਰਦੀ ਹੈ ਤਾਂ ਇਸ ਚੀਜ਼ ਨਾਲ ਉਹਨਾਂ ਦੀ ਕਰੰਸੀ ਦੀ ਵੈਲਿਊ ਤਾਂ ਘਟਦੀ ਹੈ, ਬਟ ਇਹਦੇ ਨਾਲ ਜੋ ਡੇਲੀ ਵਰਤੋਂ ਦੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਦੇ ਰੇਟ ਵਧਣੇ ਵੀ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਉਹ ਚੀਜ਼ਾਂ ਲਿਮਟਿਡ ਹੁੰਦੀਆਂ ਨੇ ਤੇ ਇਹੀ ਚੀਜ਼ਾਂ ਅੱਗੇ ਜਾ ਕੇ ਮਹਿੰਗਾਈ ਤੇ ਇਨਫਲੇਸ਼ਨ ਵਰਗਾ ਖਤਰਨਾਕ ਰੂਪ ਲੈ ਲੈਂਦੀਆਂ ਨੇ ਤੇ ਇੱਕ ਦੇਸ਼ ਨੂੰ ਆਰਥਿਕ ਮੰਦੀ ਵੱਲ ਲੈ ਕੇ ਜਾਂਦੀਆਂ ਨੇ। ਹੁਣ ਕਿਉਂਕਿ ਜ਼ਿਆਦਾਤਰ ਦੇਸ਼ ਡਾਲਰ ਕਰੰਸੀ ਦੇ ਵਿੱਚ ਟ੍ਰੇਡ ਕਰਦੇ ਆ ਤਾਂ ਇਹਦਾ ਅਸਰ ਆਲਮੋਸਟ ਦੁਨੀਆ ਭਰ ਦੇ ਵਿੱਚ ਦੇਖਣ ਨੂੰ ਮਿਲੇਗਾ। ਈਵਨ ਕਿ ਇਹਦਾ ਅਸਰ ਉਸ ਇਨਸਾਨ ਤੇ ਵੀ ਹੋਏਗਾ ਜਿਹਨੇ ਕਦੇ ਅੱਜ ਤੱਕ ਸਿਲੀਕਨ ਵੈਲੀ ਬੈਂਕ ਦਾ ਨਾਮ ਵੀ ਨਹੀਂ ਸੁਣਿਆ। ਤੇ ਇਦਾਂ ਦੇ ਬੈਂਕ ਕ੍ਰੈਸ਼ ਦਾ ਇੱਕ ਸਿੰਪਲ ਜਿਹਾ ਸੋਲੂਸ਼ਨ ਹੁੰਦਾ ਹੈ ਕਿ ਬੈਂਕ ਨੂੰ ਦੂਜੀ ਬੈਂਕ ਦੇ ਨਾਲ ਮਰਜ ਕਰ ਦਿੱਤਾ ਜਾਵੇ ਤੇ ਇਹ ਚੀਜ਼ ਕਰਦੀ ਹੈ ਕਿਸੇ ਵੀ ਦੇਸ਼ ਦੀ ਸੈਂਟਰਲ ਬੈਂਕ। ਫਿਲਹਾਲ ਸਿਲੀਕਨ ਵੈਲੀ ਬੈਂਕ ਨੂੰ ਫਰਸਟ ਸਿਟੀਜ਼ਨ ਬੈਂਕ ਨਾਲ ਮਰਜ ਕਰ ਦਿੱਤਾ ਗਿਆ, ਬਟ ਇਸ ਤੋਂ ਬਾਅਦ ਵੀ ਐਕਸਪਰਟਸ ਦਾ ਕਹਿਣਾ ਹੈ ਕਿ ਜੋ ਅਮਰੀਕਾ ਦੀਆਂ ਬੈਂਕਾਂ ਨੇ ਉਹ $620 ਬਿਲੀਅਨ ਦੇ ਘਾਟੇ ਤੇ ਚੱਲ ਰਹੀਆਂ ਨੇ, ਯਾਨੀ ਕਿ 190 ਦੇਸ਼ਾਂ ਦੀ GDP ਦੇ ਬਰਾਬਰ ਉਹਨਾਂ ਨੂੰ ਘਾਟਾ ਪੈ ਰਿਹਾ ਹੈ। ਤਾਂ ਪੈਸਾ ਤਾਂ ਕਿਤੇ ਨਾ ਕਿਤੇ ਤੁਸੀਂ ਵੀ ਇਨਵੈਸਟ ਕੀਤਾ ਹੋਵੇਗਾ। ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਪੈਸਾ ਸੇਫ ਹੈ?
ਸਾਨੂੰ ਦੱਸਿਓ ਜਰੂਰ। ਬਾਕੀ ਇਸ ਵੀਡੀਓ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਸੁਝਾਅ ਤਾਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਣਾ। ਇਸ ਤੋਂ ਇਲਾਵਾ ਇਦਾਂ ਦੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਤੁਸੀਂ ਸਾਨੂੰ ਪੈਟਰੀਅਨ ਤੇ ਵੀ ਸਪੋਰਟ ਕਰ ਸਕਦੇ ਹੋ, ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ, ਕਿਉਂਕਿ ਕੁਝ ਸੱਚ ਹਜੇ ਲੁਕੇ ਹੋਏ ਨੇ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਟਿਲ ਦੈਨ ਸਾਈਨਿੰਗ ਆਊਟ ਐਂਡ